ਬੇਬਾਕ ਹੋਣ ਦਾ ਸਭ ਤੋਂ ਵੱਡਾ ਖਾਮਿਆਜ਼ਾ ਕੀ ਹੁੰਦਾ ਹੈ? ਤੁਸੀਂ ਕਿਹਾ ਸੀ ਲੋਕ ਤੁਹਾਨੂੰ ਕੁੜੀ ਸਮਝਣਾ ਬੰਦ ਕਰ ਦਿੰਦੇ ਹੈ ਨਾ एक्चुअली स्कूल च ना सारे मेरे बालों च पेंसिल शार्पनर इरेजर सारे पा देंदी सी ਘਰੇ ਆ ਕੇ ਐ ਕੱਢ ਕੇ ਲੋ ਮੰਮੀ ਰੇਜ਼ਰ ਦੀ ਲੋੜੀ ਰੁਕੋ ਵਾਲਾ ਸਾਬ ਹੈ मम्मा मुक गया रुको रुको बहुत इरिटेशन होती थी यार टाइम पार्टीज में भी बॉलीवुड की इतनी नहीं दिखूंगी आप लोगों को एक तो मुझे क्योंकि लोग इनवाइट नहीं करते तो इस करके क्योंकि उन्होंने पता ही नहीं है मेरे नाल गाली नहीं करी कभी शाहरुख सर और राजू सर की फिल्म में काम करना द मोमेंट आई एक्चुअली थॉट के कहीं तो पहुंच गए मुझे एकदम जोन आउट हो जाता था शाहरुख सर को देख के बिकॉज तापसी जोन आउट हो रही है तो भाई कुछ तो हो रहा होगा बिकॉज ਮੈਨੂੰ ਕੋਈ ਕਾਲ ਕਰਦਾ ਨਾ ਲਾਈਕ ਹੋਰ ਭਾਜੀ ਕਿਵੇਂ ਹੋ ਮੈਂ ਕਹਿੰਦਾ ਨਾ ਮੋਟਾ मैं मेरा आंसर पता है क्या होता है हाउ आर यू ब्यूटीफुल ओह जब आप डिसाइड करते हो आप एक्टर बनोगे पब्लिक फिगर बनोगे आप डाइनिंग टेबल डिस्कशन हो आपको लोग पसंद कर सकते हैं आपको लोग नफरत कर सकते हैं वो आपको जानते भी नहीं है खुद ही सरकास्टिक टाइप ਦਾ ਹੈ ਟੰਗ ਖਿੱਚਣ ਵਾਲਾ ਸੈਂਸ ਆਫ ਹਿਊਮਰ ਹੁੰਦਾ ਹੈ ਨਾ ਉਹ ਹੈ ਮੇਰਾ ਸੋ ਕਈ ਵਾਰੀ ਕੀ ਹੁੰਦਾ ਹੈ ਲੋਕੀ ਸਹੀ ਤਰ੍ਹਾਂ ਨਹੀਂ ਲੈਂਦੇ ਇਸ ਸੈਂਸ ਆਫ ਹਿਊਮਰ ਨੂੰ तो फैक्ट कि जिस दिन मैंने डिसाइड किया टू बी एन एक्ट्रेस तो उसके बाद अब मैं ऑफेंड नहीं हो सकती हर एक की इन्फॉर्मेशन से सत श्री अकाल जी मैं भवनीत कौशल ਤੁਸੀਂ ਵੇਖ ਰਹੇ ਹੋ ABP ਸਾਂਝਾ ਸਰਤਾਜ ਭਾਜੀ ਨੇ ਨਾ ਬਹੁਤ ਚੰਗੀ ਗੱਲ ਲਿਖੀ ਹੈ ਕਹਿੰਦੇ ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਤੇ ਅੱਜ ਇੱਕ ਸੋਹਣੀ ਜਿਹੀ ਕੁੜੀ ਨੂੰ ਮਾਸੂਮੀਅਤ ਨੂੰ ਸਾਂਭਦੇ ਹੋਏ ਮੈਂ ਵੇਖਿਆ ਮੈਂ ਜਦ ਇੱਥੇ ਆ ਰਿਹਾ ਸੀਗਾ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਅੱਜ ਕੀ ਐਕਸਪੀਰੀਅੰਸ ਕਰਨ ਨੂੰ ਮਿਲੇਗਾ ਲੇਕਿਨ ਮੈਂ ਸ਼ੁਰੂਆਤ ਕਰੂੰਗਾ ਅੱਜ ਦੀ ਗੱਲਬਾਤ ਦੀ ਤਾਪਸੀ ਨੂੰ ਥੈਂਕ ਯੂ ਕਹਿ ਕੇ ਤਾਪਸੀ ਥੈਂਕ ਯੂ ਸੋ ਮਚ ਮਾਈ ਪਲੇਜ਼ਰ ਹੈ ਨਾ ਇੱਥੇ ਸਾਨੂੰ ਬੁਲਾਉਣ ਲਈ ਹੈ ਨਾ ਮੈਨੂੰ ਪਤਾ ਲੱਗਾ ਸੀ ਤੁਸੀਂ ਆਉਣਾ ਆ ਤੇ ਉਹਨਾਂ ਨੇ ਕਿਹਾ ਤੁਸੀਂ ਜਾ ਕੇ ਦੇਖ ਲਿਓ ਕੀ ਕਰ ਰਹੇ ਨੇ ਤੇ ਮੈਨੂੰ ਕੁਝ ਨਹੀਂ ਪਤਾ ਸੀ ਉਹਨਾਂ ਨੂੰ ਵੀ ਪਤਾ ਨਹੀਂ ਹੋਣਾ ਕੀ ਹੋਣਾ ਹਾਂ ਤਾਂ ਮੈਂ ਕਿਹਾ ਮੈਨੂੰ ਪਤਾ ਲੱਗਿਆ ਸੀ ਤੁਸੀਂ ਪੰਜਾਬ ਆਉਣਾ ਆ ਮੈਂ ਕਿਹਾ ਚਲੋ ਜਾ ਕੇ ਦੇਖਦੇ ਆ ਹੈ ਨਾ ਤੇ ਅੱਜ ਜੋ ਦੇਖਿਆ ਜੋ ਪੂਰਾ ਲਾਈਕ ਤੁਹਾਡਾ ਇਨਵੋਲਵਮੈਂਟ ਉਹਨਾਂ ਕੁੜੀਆਂ ਦੇ ਨਾਲ ਦੇਖਿਆ ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋ ਨੰਨੀ ਕਲੀ ਫਾਊਂਡੇਸ਼ਨ ਦੇ ਜ਼ਰੀਏ ਮੈਨੂੰ ਦੱਸੋ ਇਹ ਸਿਲਸਿਲਾ ਕਿਵੇਂ ਸ਼ੁਰੂ ਹੋਇਆ ਤੇ ਜੋ ਅੱਜ ਮੈਂ ਦੇਖਿਆ ਉਹ ਤਾਂ ਕਮਾਲ ਸੀਗਾ ਜੀ ਨੰਨੀ ਕਲੀ ਪ੍ਰੋਜੈਕਟ ਦੇ ਨਾਲ ਮੈਂ ਐਕਚੁਅਲੀ 2020 ऑनवर्ड्स मैं नन्नी कली प्रोजेक्ट ਦੇ ਨਾਲ ਹੈਗੀ ਆ ਹਰ ਸਾਲ ਮੈਂ ਮੇਰੀ ਕੋਸ਼ਿਸ਼ ਰਹਿੰਦੀ ਹੈ ਮੈਂ ਆਪਣੀ ਕੁੜੀਆਂ ਨੂੰ ਮੇਰੇ ਕੋਲ 100 ਕੁੜੀਆਂ ਨੇ ਟੋਟਲ 60 ਬਾਰਾਬਾਂਕੀ ਚ ਨੇ ਤੇ 40 ਮੋਗਾ ਚ ਨੇ ਮੈਂ ਚਾਹਨੀ ਆ ਕਿ ਇਹਨਾਂ ਕੁੜੀਆਂ ਨੂੰ ਐਕਚੁਅਲੀ ਸਿਰਫ ਐਜੂਕੇਸ਼ਨ ਬੁੱਕ ਐਜੂਕੇਸ਼ਨ ਕਾਫੀ ਹੁੰਦੀ ਹੈ ਬਟ ਉਸ ਤੋਂ ਜ਼ਿਆਦਾ ਤੁਸੀਂ ਕੀ ਕਰ ਸਕਦੇ ਹੋ ਇੱਕ ਬੱਚੇ ਦੇ ਐਕਚੁਅਲੀ ਓਵਰਆਲ ਗਰੋਥ ਲਈ ਬਿਕਾਜ਼ ਬੁੱਕ ਐਜੂਕੇਸ਼ਨ ਐਗਜ਼ਾਮ ਐਂਡ ਐਵਰੀਥਿੰਗ ਤਾਂ ਗਵਰਨਮੈਂਟ ਕਰ ਹੀ ਰਹੀ ਹੈ ਨਾ फ्री एजुकेशन फ्री स्टडीज टिल 8th स्टैंडर्ड वो तो हो ही रही है बट उस तो ਵੱਧ ਕੇ ਤੁਸੀਂ ਕੀ ਕਰ ਸਕਦੇ ਹੋ ਓਵਰਆਲ ਡਿਵੈਲਪਮੈਂਟ ਕਰਨ ਲਈ ਸਪੈਸ਼ਲੀ ਕੁੜੀਆਂ ਦੇ ਲਈ ਕਿ ਤੁਸੀਂ ਕੀ ਕੁਝ ਕਰ ਸਕਦੇ ਹੋ ਆਪਣੀ ਲਾਈਫ 'ਚ ਅੱਗੇ बढ़ के ਤੁਹਾਨੂੰ हाउ इम्पोर्टेंट इट इज़ कि आप पढ़ो कि आपके लिए आपके पास बुक्स किससे ज़्यादा कि अपनी एजुकेशन बेसिक एजुकेशन ਤੁਸੀਂ इस्तेमाल किवें कर सकते हो अपनी डेली लाइफ 'ਚ वो सब इत्थे नन्नी कली प्रोजेक्ट वहाँ पे इनका स्पेशल प्रोग्राम ही यही है कि आप अपनी डेली लाइफ के अंदर अपनी एजुकेशन कैसे यूज़ कर सकते हो वाव सो वो चीज़ अपनी ओवरऑल डेवलपमेंट स्पोर्ट्स अपना बेसिक हाइजीन अपनी हेल्थ ये सब तुम कैसे अच्छा कर सकते हो वो छोटे से छोटे बच्चे से लेके सीनियर क्लास तक के बच्चों को सिखाते हैं मैंने अपने अंडर 100 लड़कियाँ ली थी फर्स्ट क्लास से ताकि मैं ऑलमोस्ट सेम एज ग्रुप की लड़कियों को एक साथ ਇੱਕ ਸਾਂਝੇ ਤਰੀਕੇ ਨਾਲ ਸਾਨੂੰ ਸਾਰੇ ਰਲ ਕੇ ਕਿਵੇਂ ਤੁਸੀਂ ਖੇਡ ਸਕਦੇ ਹੋ ਕਿਵੇਂ ਤੁਸੀਂ ਪੜ੍ਹ ਸਕਦੇ ਹੋ लॉट ऑफ अदर डेवलपमेंट स्किल्स जिसको बोलते हैं ना वो बहुत ज़रूरत होती है जो स्कूल से आगे की ज़रूरत है और मैं चाहती थी मैं खुद डायरेक्टली इन्वॉल्व रहूँ क्योंकि यूजली डोनेशन करना कोई बड़ी गल नहीं है आज की तारीख च आई थिंक बहुत लोग करते हैं डोनेशन तो डोनेशन सिर्फ डोनेशन से आगे बढ़ के आप क्या कर सकते हो पर्सनल इन्वॉल्वमेंट ਅੱਜ ਮੈਂ ਦੇਖਿਆ ਕਾਪੀ ਲੈ ਕੇ ਆਈ ਸੀ ਇਹ ਕੁੜੀ ਇਹਨੂੰ ਪਤਾ ਸੀ ਕਿਹੜੇ ਬੱਚੇ ਦੇ ਕਿੰਨੇ ਨੰਬਰ ਆਏ ਆ ਕਿੰਨੀ ਅਟੈਂਡੈਂਸ ਹੈ ਇਹ ਲਾਈਕ ਉਹਨਾਂ ਨੂੰ ਗਿਫਟਸ ਤਾਂ ਦੇ ਰਹੀ ਸੀ ਲੇਕਿਨ ਉਹ ਡਰਦੇ ਆਉਂਦੇ ਸੀ ਕਿ ਇਹ ਫੜੂਗੀ ਮੈਨੂੰ ਕਹੂਗੀ ਕਿ ਇਹਦੇ ਮੈਥਸ 'ਚ ਘੱਟ ਨੇ ਨੰਬਰ ਤੇਰੇ ਇੰਗਲਿਸ਼ 'ਚ ਘੱਟ ਨੇ ਹੈ ਨਾ हाँ एक्चुअली उन्होंने भी लगे ना कि मैं एक्चुअली ट्रैक रख रही हूँ बिकॉज ये नॉर्मली आके गिफ्ट दे देना आई डोंट थिंक कि ये मजा आएगा उनको इतना उनको ठीक है ले लिया घर गए भूल गए ਮੈਨੂੰ ਚਾਹੀਦਾ ਸੀ ਯਾਦ ਰਹੇ ਕਿ ਮੈਂ ਦੇਖਣੀ ਹੈ ਇਹਨਾਂ ਦੀ ਪ੍ਰੋਗਰੈਸ ਮੈਨੂੰ ਪਤਾ ਹੈ ਕਿੰਨੇ ਨੰਬਰ ਆਏ ਸੀ ਇੰਗਲਿਸ਼ 'ਚ ਮੈਥਸ 'ਚ ਪੰਜਾਬੀ 'ਚ
ਅਟੈਂਡੈਂਸ ਕਿੰਨੀ एक्चुअली ਨੰਬਰ ਤੋਂ ਜ਼ਿਆਦਾ ਮੈਨੂੰ ਇਹ ਫਿਕਰ ਹੈ ਅਟੈਂਡੈਂਸ ਹੋਣੀ ਚਾਹੀਦੀ ਹੈ ਬਿਲਕੁਲ ਬਿਕਾਜ਼ ਰੋਜ਼ ਸਕੂਲ ਆਣਾ ਬਹੁਤ ਇੰਪੋਰਟੈਂਟ ਹੈ ਨੰਬਰ ਤਾਂ ਘੱਟ ਵਾਧੂ एवरी ईयर न्यू स्कोर न्यू लाइफ न्यू एजुकेशन वो तो ओके है मतलब नंबर का इतना इशू नहीं है बट अटेंडेंस वो बहुत इंपॉर्टेंट है ਬਿਲਕੁਲ ਤੇ ਤਾਪਸੀ ਕਿਉਂ ਜੀ ਸੀ ਕਿ ਸਕੂਲ ਚ ਜਾਂਦੀ ਸੀ एक्चुअली मैं 100% अटेंडेंस वाली स्टूडेंट थी मेरे को बहुत साल सर्टिफिकेट्स मिले हैं फॉर 100% अटेंडेंस बिकॉज मैंने जेन्युइनली बहुत पसंद थी स्कूल जाना और मेरी सिस्टर एक्चुअली मुझे बहुत सुनाती है इस बात की कि मैं फ्रंट बेंचर होती थी अच्छा। तो मेरी सारी टीचर्स जो थी दे वर लाइक कि हाँ तापसी तो मतलब फ्रंट बेंच में बैठ के सबसे पहले होमवर्क कंप्लीट करके सबसे ज्यादा नंबर टॉपर नहीं थी क्लास में मैं बट टॉप 10 में मतलब आ जाती थी 5th से अराउंड 5th to 10 रैंक आ जाती थी मेरी सो मेरी सिस्टर बड़ी परेशान थी बिकॉज उसको लाइक तेरे टीचर सारे आके मेरे से उम्मीद करते हैं कि मेरे भी उतने ही आए जो मतलब तो वो प्रेशर बहुत होता था उस पर तो मेरे को जेन्युइनली पसंद थी पढ़ाई करना तो इस वजह से मेरा झुकाव हमेशा से रहा है कि मैं बाकी लोगों में भी प्रमोट करूं पढ़ाई क्योंकि मुझे पता है कि हाउ एजुकेशन हैज शेप्ड मी मेरा कितना लाइफ बदला है एजुकेशन ने तो मैं चाहती हूँ कि इन लड़कियों के पास भी वो पावर हो अपनी लाइफ बदलने की वो एजुकेशन से क्या बात है और ना मैं ਉਹ ਦੇਖ ਰਿਹਾ ਸੀ ਜਿਹੜੀ ਜਿਸ ਤਰ੍ਹਾਂ ਨਾਲ ਤੁਸੀਂ ਦੇਖ ਰਹੇ ਸੀ ਨਾ ਇੱਥੇ ਕੁੜੀਆਂ ਨੂੰ ਮੈਥਸ 'ਚ ਘੱਟ ਇੰਟਰਸਟ ਸੀਗਾ ਕਿਉਂਕਿ ਨਾ ਤਾਪਸੀ ਐਸੀ ਹੈ ਤਾਪਸੀ ਦੇ ਮੈਥਸ 'ਚ ਵਧੀਆ ਨੰਬਰ ਆਉਂਦੇ ਸੀ ਮੇਰੇ ਮੈਥਸ 'ਚ ਵਧੀਆ ਨੰਬਰ ਆਉਂਦੇ ਸੀ ਐਕਚੁਅਲੀ ਤਾਂ ਹੀ ਤਾਪਸੀ ਪੁੱਛਦੀ ਇਹ ਨੋਟ ਕਿਵੇਂ ਗਿਣੇਗੀ ਐਕਚੁਅਲੀ ਤੇ ਮੈਂ ਐਕਚੁਅਲੀ 4th 5th क्लास ਦੀ ਕੁੜੀ ਨੂੰ मैं ਕਿਵੇਂ ਦੱਸਾਂ कि how important is maths हाँ अब मैं उनको ये तो नहीं बोल सकती कि आगे जाके तुम अलजेब्रा कैसे सीखोगे ट्रिग्नोमेट्री सो हाउ डू आई टेल देम कि बहुत इंपॉर्टेंट है मैथ्स तो मैं यही दस सकती हूँ ਤੁਸੀਂ ਨੋਟ ਕਿਵੇਂ ਕਾਊਂਟ ਕਰੋਗੇ ਤੁਸੀਂ ਪੈਸੇ ਕਿਵੇਂ ਕਾਊਂਟ ਕਰੋਗੇ ਤੁਸੀਂ ਕਿਵੇਂ ਪੈਸੇ ਕਮਾਓਗੇ ਜੇ ਤੁਹਾਨੂੰ ਮੈਥਸ ਹੀ ਨਹੀਂ ਪਤਾ ਕਿੰਨੇ ਪੈਸੇ ਨੇ ਤੁਹਾਨੂੰ ਕਿਵੇਂ ਪਤਾ ਚੱਲੇਗਾ ਕੀ ਬਾਤ ਸੋ ਮਤਲਬ ਦੈਟ ਵਾਸ ਮਾਈ ਓਨਲੀ ਵੇ ਕਿ ਮੈਂ ਚੌਥੀ ਕਲਾਸ ਦੀ ਕੁੜੀ ਨੂੰ ਸਮਝਾ ਸਕਾਂ ਕਿ ਇੰਪੋਰਟੈਂਸ ਮੈਥਸ ਦੀ ਇੰਪੋਰਟੈਂਸ कितनी ज्यादा है बिल्कुल ते ना इन्हां सारिਆਂ ਨੂੰ ਅੱਜ ਦੇਖ ਕੇ ਨਾ ਇੱਕ ਚੀਜ਼ ਲੱਗ ਰਿਹਾ ਸੀ ਬਚਪਨ ਜਿਹੜਾ ਸਾਡਾ ਸਾਰਿਆਂ ਚਾਹੇ ਤੁਸੀਂ ਪ੍ਰਿਵਿਲੇਜਡ ਹੋ ਚਾਹੇ ਤੁਸੀਂ ਅੰਡਰ ਪ੍ਰਿਵਿਲੇਜਡ ਹੋ ਉਹ ਇੱਕ ਕਾਮਨ ਚੀਜ਼ ਆ ਹੈ ਨਾ ਤੇ ਇੱਕ ਕਾਮਨ ਚੀਜ਼ ਜਿਹੜੀ ਤੁਹਾਨੂੰ ਲੱਗਦਾ ਤੁਸੀਂ ਬਹੁਤ ਰਿਲੇਟ ਕਰ ਪਾਉਂਦੇ ਹੋ ਇਹਨਾਂ ਬੱਚਿਆਂ ਦੇ ਨਾਲ ਹੈ ਨਾ ਜਿਹੜੇ ਇੱਕ ਐਕਸਾਈਟਮੈਂਟ ਤਾਂ ਹੈ ਹੀ ਹੈ ਬਟ ਕੀ ਸੀਗਾ ਜਿਹੜਾ ਬਹੁਤ ਰਿਲੇਟ ਕਰ ਪਾਉਂਦੇ ਹੋ एक्चुअली ना कुछ बच्चे थे वो परफॉर्मेंस करने का जो होता है ना मैं डांस करके दिखाऊंगी मैनू स्टोरी आंदी है मैं पोएम आंदी है एक्साइटमेंट ऑफ एक्टिविटी वो मैं भी बहुत रिलेट कर सकती हूँ मैं बचपन च ना मैनू बहुत शौक सी कि कोई आया है मैनू मिलन ਤੇ ਮੈਨੂੰ ਮੈਂ ਡਾਂਸ ਕਰਕੇ ਦਿਖਾਵਾਂ ਮੈਂ ਕੋਈ ਗਾਣਾ ਗਾ ਕੇ ਸੁਣਾਵਾਂ ਮੈਂ ਕੁਝ ਐਕਟੀਵਿਟੀ ਕਰਕੇ ਦਿਖਾਵਾਂ ਕੋਈ ਗੈਸਟ ਆਇਆ ਤਾਂ ਉਹ ਜਬ ਉਹ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਸੀ ਕਿ ਮੈਂ ਆਈ ਤੇ ਸਭ ਨੂੰ ਸੀ ਕਿ ਅਸੀਂ ਵੀ ਡਾਂਸ ਕਰਕੇ ਦਿਖਾਵਾਂਗੇ ਅਸੀਂ ਵੀ ਨਾ ਮੈਂ ਕੁੜੀ ਨੂੰ ਪੁੱਛਿਆ ਤੈਨੂੰ ਡਾਂਸ ਆਉਂਦਾ ਹੈ ਸ਼ੀ ਸੈਡ ਨਹੀਂ ਆਤਾ ਹੈ ਮੈਂ ਕਿਹਾ ਫਿਰ ਕੀ ਆਉਂਦਾ ਤੁਹਾਨੂੰ ਸੋ ਸ਼ੀ ਵਾਸ ਲਾਈਕ ਕਿ ਮੈਨੂੰ ਸਟੋਰੀ ਸੁਣਾਉਣੀ ਆਉਂਦੀ ਹੈ ਸੋ ਐਵਰੀਬਡੀ ਇਜ਼ ਰੈਡੀ ਵਿਦ ਵਨ ਐਕਟੀਵਿਟੀ ਕਿ ਮੈਨੂੰ ਇੱਕ ਚੀਜ਼ ਆਉਂਦੀ ਹੈ ਜੋ ਮੈਂ ਤੁਹਾਡੇ ਨਾਲ ਮੈਂ ਤੁਹਾਨੂੰ ਕਰਕੇ ਦਿਖਾਣਾ ਚਾਹਾਂਗੀ सो वो देख के ना आई गॉट रियली लाइक कि बचपन में भी सेम तरीके एक्साइटमेंट टू शो एक्टिविटी वो बहुत होती थी तुम वो वाली बच्चा थी जिसको बोलते थे ना मैम गाना सुन लो आज नहीं हाँ मैम डांस करके दिखाती हूँ आज घर में भी कोई गेस्ट आते थे तो मेरे पेरेंट्स ये डांस करके दिखाएगी अरे लाइक बिकॉज आई वाज सो एक्साइटेड टू परफॉर्म बट लाइक तापसी कहने ना ਜੇ ਆਪਾਂ ਵੱਡੇ ਹੁੰਦੇ ਜਾਂਦੇ ਆ ਹੈ ਨਾ ਮਾਸੂਮੀਅਤ ਕਿਤੇ ਚਲੀ ਜਾਂਦੀ ਹੈ ਲੇਕਿਨ ਜਿਹੜੇ ਲੋਕ ਬੇਬਾਕ ਹੁੰਦੇ ਨੇ ਨਾ ਉਹ ਕਿਤੇ ਨਾ ਕਿਤੇ ਆਪਣੀ ਮਾਸੂਮੀਅਤ ਨੂੰ ਲੁਕੋ ਲੈਂਦੇ ਨੇ ਹੁੰਦੀ ਉਹਨਾਂ 'ਚ ਵੀ ਹੈਗੀ ਹੈ ਉਸ ਨੂੰ ਲੁਕੋ ਕੇ ਰੱਖਣਾ ਔਖਾ ਹੁੰਦਾ ਹੈ ਬਹੁਤ ਜ਼ਿਆਦਾ ਬਿਕॉज ਸਪੈਸ਼ਲੀ ਇੰਡੀਪੈਂਡੈਂਟ ਹੋਣ ਤੋਂ ਬਾਅਦ ਤੁਸੀਂ ਯੂਜ਼ਡ ਹੋ ਜਾਂਦੇ ਹੋ ਕਿ ਅੱਛਾ वहाँ से बहुत हर्डल्स बहुत प्रॉब्लम्स आएंगी अगर मासूमियत दिखाते रही ਅਸੀਂ ਤਾਂ ਹਰ ਕੋਈ ਸਾਡਾ ਫਾਇਦਾ भी उठा लेता है राइट सो वी हैव टू बी वेरी केयरफुल तो ऐसे माहौल में आपको वो कब डिसाइड करना है कि अच्छा अभी मासूमियत पीछे रखनी है अभी आपको स्ट्रॉन्ग फेस दिखाना है कि नहीं हम सब कुछ कर लेंगे कब आपको ज़रूरत है कि आपको वो कनेक्ट करने के लिए किसी के साथ वो मासूमियत लानी पड़ेगी बाहर क्योंकि वो जो स्ट्रॉन्ग फेस है उससे आप कनेक्शन नहीं बना सकते वो आपको भी अंदर की मासूमियत लानी पड़ती है तो इस तरह की जब मैं एक्टिविटीज़ करती हूँ तो आई थिंक वो मेरे अंदर जो एक वल्नरेबिलिटी बोलते हैं जिसको एक मासूमियत बोलते हैं वो ना जिंदा रहती है फिर मैं उसको ऐसा लगता है रिफ्रेश हो गई
फिर वापस जाके फिर वापस जाके वो फिर काम आती है। एक्चुअली मेरे काम में तो एज एन एक्टर बहुत यूज़ होती है मासूमियत, क्योंकि कैमरे के सामने कभी ना कभी हमारे को वो मासूमियत सामने लानी पड़ती है। वो हर बारी परफॉर्मेंस काम नहीं करती, कई बार जो रियल वल्नरेबिलिटी होती है वो सामने लानी पड़ती है। तो वो ऐसी चीज़ें अगर लाइफ में मैं करती हूँ, आई थिंक मेरे वो वाली मासूमियत जो है मेंटेन करने में बहुत हेल्प करती है। ਤੁਹਾਨੂੰ ਯਾਦ ਹੈ ਜਦ ਆਪਣਾ ਲਾਸਟ ਟਾਈਮ ਮਿਲੇ ਸੀ ਨਾ, ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਕਿ ਬੇਬਾਕ ਹੋਣ ਦਾ ਸਭ ਤੋਂ ਵੱਡਾ ਖਾਮਿਆਜ਼ਾ ਕੀ ਹੁੰਦਾ ਹੈ? ਤੁਸੀਂ ਕਿਹਾ ਸੀ ਲੋਕ ਤੁਹਾਨੂੰ ਕੁੜੀ ਸਮਝਣਾ ਬੰਦ ਕਰ ਦਿੰਦੇ ਨੇ, ਹੈ ਨਾ? ਐਕਚੁਅਲੀ ਹੈ ਨਾ? ਤੇ ਇਹ ਚੀਜ਼ ਨਾ ਜ਼ਿੰਦਗੀ 'ਚ ਆਉਂਦੀ ਹੈ ਜਦ ਤੁਸੀਂ ਸੋਚ ਲੈਂਦੇ ਹੋ, ਡਿਸਾਈਡ ਕਰਦੇ ਹੋ ਕਿ ਹੁਣ ਮੈਂ ਪਿੱਛੇ ਨਹੀਂ ਮੁੜਨਾ। ਉਸ ਪੁਆਇੰਟ ਤੁਹਾਨੂੰ ਜ਼ਿੰਦਗੀ ਦਾ ਯਾਦ ਹੈ ਜਿਹਨੇ ਤੁਹਾਨੂੰ ਹਮੇਸ਼ਾ ਲਈ ਬਦਲ ਦਿੱਤਾ? ਉਹ ਕਿਹੜਾ ਪੁਆਇੰਟ ਸੀਗਾ ਜ਼ਿੰਦਗੀ ਦਾ ਜਿਹਨੇ ਹਮੇਸ਼ਾ ਬਦਲ ਦਿੱਤਾ, ਹਮੇਸ਼ਾ ਲਈ? The permanent change in that? आई थिंक फर्स्ट टाइम जब मैं घर से बाहर निकली थी काम करने के लिए, उस तो पहला एक्चुअली मैं दिल्ली तो बाहर कभी गई नहीं सी, मतलब विदाउट पेरेंट्स कभी गई नहीं थी। फर्स्ट टाइम मैंने कदम रखे सी घर तो बाहर अपने पेरेंट्स तो बिना, वो काम ਲਈ ਸੀ जब मैं दिल्ली ਛੱਡ के मदुरई तमिलनाडु ਚ गई सी पहली फिल्म ਕਰਨ ਲਈ। आई थिंक दैट वाज द फर्स्ट टाइम ਮੈਨੂੰ ਲੱਗਿਆ ਕਿ ਹੁਣ ਯੂ ਆਰ ਔਨ ਯੋਰ ਓਨ, ਤੁਸੀਂ ਖੁਦ ਆਪਣੇ ਡਿਸੀਜਨ ਲੈਣੇ ਨੇ, ਤੁਸੀਂ ਖੁਦ ਆਪਣੇ ਡਿਸੀਜਨਸ ਲਈ ਰਿਸਪੌਂਸਿਬਲ ਵੀ ਖੁਦ ਹੀ ਹੋਣਾ ਹੈ। दैट वाज द फर्स्ट टाइम आई रियलाइज नाउ देयर इज़ नो स्टेप बैक। इट वॉज नॉट लाइक कि घर में मतलब अगर कुछ ठीक नहीं हुआ तो मम्मी पापा वापस नहीं लेंगे, बट वो होता है ना, आपने अपने इंडिपेंडेंट डिसीजन से आगे एक स्टेप रख दिया है। अब आप 100 टाइम सोचना वापस कुछ आने से पहले, तो वो मेरे लिए था कि यहाँ से रिटर्न नहीं होना चाहिए। और लाइक कहते हैं ना, जैसे आज आप ना बहुत सारी चीज़ें सिखा रही थी बच्चों को, है ना? तो मैंने देखा कुछ चीज़ें आसान थी उनके लिए सीखना, कुछ मुश्किल, है ना? चाहे बैडमिंटन का वो फर्स्ट शॉट लेना ही हो। जिंदगी में तापसी को सबसे मुश्किल चीज़ सीखने में कौन सी लगी है? आई थिंक पेशेंस मेरे लिए बहुत मुश्किल था। एकदम टाइम लेके किसी इंसान को समझना या किसी प्रॉब्लम को समझना, क्योंकि मैं बचपन से बहुत इम्पल्सिव रही हूँ, मतलब मैं बहुत जल्दी बिना सोचे रिएक्ट कर देती हूँ चीज़ों को, क्योंकि जैसा मन में आया उसी टाइम रिएक्ट कर दिया, सोचा नहीं कि ये चीज़ सही थी कि गलत, बस रिएक्शन दे दिया। तो वो चीज़ जो है मैंने अपनी बहुत मुश्किल से अभी भी सीख ही रही हूँ, काफ़ी साल लगे इस इंडस्ट्री के अंदर स्पेशली, मुझे बहुत सीखने को मिला कि कैसे 2 मिनट लो, सोचो, शांति से सांस लो, उसके बाद रिएक्ट करो। बिल्कुल। वो जो सोच समझ होती है वो आई थिंक आपको मैच्योरिटी भी मिलती है उससे। ये चीज़ मेरे लिए बहुत डिफिकल्ट थी, क्योंकि पता नहीं, मैं या तो मैं क्योंकि बहुत इम्पल्सिव इंसान हूँ, दूसरा मैं लियो हूँ, मेरा स्टार साइन भी मेरा ऐसा है कि एकदम ही इम्पल्सिव स्टार साइन है, तो सब कुछ मिला के आई थिंक पर्सनैलिटी ही नहीं थी मेरी वो सोच के थोड़ा सा रिएक्शन अपना डिले करने के बाद आंसर करो। तो मेरे लिए पेशेंस, थोड़ी सी सहजता सीखनी, वो मेरे लिए सबसे ज़्यादा मुश्किल थी। ਤੇ ਅੱਜ ਤਾਂ ਲਾਈਕ ਮੈਂ ਕਹਿ ਸਕਦਾ ਕਿ ਉਹ ਬਚਪਨ ਚ ਕਹਿੰਦੇ ਬੱਚੇ ਸਭ ਤੋਂ ਜ਼ਿਆਦਾ ਇੰਪੇਸ਼ੈਂਟ ਹੁੰਦੇ ਨੇ, ਹੈ ਨਾ? ਲੇਕਿਨ ਕਹਿੰਦੇ ਇੱਕ ਖੂਬਸੂਰਤ ਪਹਿਲੂ ਸਭ ਦੀ ਜ਼ਿੰਦਗੀ ਦਾ ਹੁੰਦਾ, ਤੇ ਬਚਪਨ ਦਾ ਸਭ ਤੋਂ ਖੂਬਸੂਰਤ ਪਹਿਲੂ ਤੁਹਾਡਾ ਕੀ ਰਿਹਾ ਹੈ? ਕਿ ਮੈਨੂੰ ਘਰ ਜਾਣ, ਮੇਰੇ ਕੋਲ 2 ਹੀ ਕੰਮ ਸੀ, ਹੋਮਵਰਕ ਐਂਡ ਗੇਮ। ਮੇਰੇ ਕੋਲ ਕੋਈ ਤੀਜਾ ਕੰਮ ਸੀਗਾ ਹੀ ਨਹੀਂ। बहुत खूबसूरत पहलू है। हाँ, कि बस होमवर्क जो मैनू एक्चुअली पसंद सी, मैनू होमवर्क करना है, कोई ਇਹੋ ਜਿਹੀ ਗੱਲ ਨਹੀਂ ਸੀ ਕਿ ਮੈਨੂੰ ਪਸੰਦ ਨਹੀਂ ਹੈ ਸਕੂਲ ਜਾਣਾ ਤੇ ਹੋਮਵਰਕ ਕਰਨਾ, ਮੈਨੂੰ ਐਕਚੁਅਲੀ ਪਸੰਦ ਸੀ। ਮੈਂ ਘਰ ਆ ਕੇ ਵਾਪਸ ਫਰਸਟ ਸਭ ਤੋਂ ਪਹਿਲਾਂ ਮੈਂ ਕੰਪਲੀਟ ਕਰਦੀ ਸੀ ਆਪਣਾ ਹੋਮਵਰਕ 1 ਘੰਟੇ 'ਚ ਕੁਇਕਲੀ, ਐਂਡ ਉਸ ਤੋਂ ਬਾਅਦ ਮੈਂ ਜਾਂਦੀ ਸੀ ਖੇਡਣ। ਮੈਂ ਖੇਡਣ ਤੋਂ ਬਾਅਦ ਮੈਂ ਸਿਰਫ ਸੌਣ ਲਈ ਘਰ ਆਉਂਦੀ ਸੀ। मतलब खाना भी ना मेरा मतलब जस्ट क्विक इन एंड आउट ऑफ हाउस होता था, कि मतलब जस्ट क्विकली अच्छे गए 5 मिनट खाया खाना ते वापस बैक। सो आई थिंक कोई तीजा स्ट्रेस नहीं सी मेरे लाइफ च, वो सब तो ब्यूटीफुल चीज़ थी। ਤੇ ਉਹਨੇ ਕਿਤੇ ਨਾ ਕਿਤੇ ਉਹ ਚੀਜ਼ ਕਰਕੇ ਰੱਖਿਆ ਕਿ ਕਿਉਂਕਿ ਅੱਜ ਵੀ ਜਦ ਤੁਸੀਂ ਉਹ ਕਹਿ ਰਹੇ ਸੀ ਨਾ ਉਹਨਾਂ ਨੂੰ, ਬੱਚਿਆਂ ਨੂੰ, ਕਿ ਇਹ ਤੁਸੀਂ ਯੂਜ਼ ਕਰਨਾ ਹੈ, ਇਹ ਤੁਹਾਡੀ ਚੀਜ਼ ਹੈ ਤੇ ਇਸ ਨੂੰ ਪੂਰਾ ਕਰੋ, ਤਾਂ ਕਿ ਉਹ ਸੈਂਸ ਆਫ ਰਿਸਪੌਂਸਿਬਿਲਿਟੀ ਸਮਝੇ ਕਿ ਮੇਰੀ ਚੀਜ਼ ਕਿਵੇਂ ਹੈਗੀ ਹੈ ਨਾ। ਤਾਂ ਤਾਪਸੀ ਬੜੀ ਪੋਜੈਸਿਵ ਹੈਗੀ ਆਪਣੀ ਚੀਜ਼ਾਂ ਨੂੰ ਲੈ ਕੇ। ਐਕਚੁਅਲੀ ਮੈਨੂੰ ਪਤਾ ਹੈ ਕਰਜ ਕੀ ਹੁੰਦਾ ਹੈ, ਕਿ ਕਈ ਚੀਜ਼ਾਂ ਹੁੰਦੀਆਂ ਨੇ ਜੋ ਤੁਹਾਨੂੰ ਨਹੀਂ ਪਤਾ, ਜੋ ਤੁਹਾਨੂੰ ਨਹੀਂ ਪਤਾ ਕਿ ਕਿਵੇਂ ਯੂਜ਼ ਕਰਨੀਆਂ ਨੇ। ਸੋ ਤੁਸੀਂ ਇਹ ਦਿਖਾਉਂਦੇ ਹੋ ਤੁਹਾਡੇ ਫਰੈਂਡਸ ਨੂੰ, ਸਿਸਟਰਸ, ਬ੍ਰਦਰਸ, ਐਲਡਰ ਸਿਸਟਰ, ਬ੍ਰਦਰਸ, ਐਂਡ ਫਿਰ ਉਹ ਵਾਪਸ ਨਹੀਂ ਦਿੰਦੇ।
तो मेरे को क्या होता है, कई बार क्या होता है कि ਤੁਸੀਂ ਵੀ ਜਾਂਦੇ ਹੋ, ਤੁਸੀਂ ਕੋਈ ਚੀਜ਼ ਲੈ ਕੇ ਜਾਂਦੇ ਹੋ, ਮੈਨੂੰ ਦੱਸ ਕਿਵੇਂ ਯੂਜ਼ ਕਰਨਾ ਹੈ, ਬਿਲਕੁਲ ਉਸ ਤੋਂ ਬਾਅਦ ਤੁਹਾਨੂੰ ਵਾਪਸ ਹੀ ਨਹੀਂ ਮਿਲਦੀ। ਤਾਂ ਮੈਂ ਇਹਨਾਂ ਨੂੰ ਦੱਸਣਾ ਸੀ ਕਿ ਤੁਹਾਡੀ ਹੈ, ਤੁਸੀਂ ਆਪਣੇ ਕੋਲ ਰੱਖਣੀ ਹੈ, ਸਿੱਖੋ ਕਿਵੇਂ ਯੂਜ਼ ਕਰਨੀ ਹੈ। ਜੇ ਜਸਟ ਬਿਕੋਜ਼ ਕਿ ਇਹ ਤੁਹਾਨੂੰ ਨਹੀਂ ਆਉਂਦੀ ਯੂਜ਼ ਕਰਨੀ, ਤੁਸੀਂ ਪਹਿਲੇ ਨਹੀਂ ਵੇਖੀਏ, ਇਸਦਾ ਮਤਲਬ ਇਹ ਨਹੀਂ ਤੁਸੀਂ ਕਿਸੇ ਹੋਰ ਨੂੰ ਦੇ ਦਿਓ। ਜੀ ਤਾਂ ਮੈਨੂੰ ਉਹ ਫੀਅਰ ਬਹੁਤ ਹੈ, ਬਿਕੋਜ਼ ਕੁੜੀਆਂ 'ਚ ਕੀ ਹੁੰਦਾ ਹੈ, ਜ਼ਿਆਦਾਤਰ ਕੁੜੀਆਂ ਨਾ ਦੇਣ ਲਈ ਰੈਡੀ ਹੁੰਦੀਆਂ ਨੇ। ਹਾਂ ਬਿਲਕੁਲ, ਗਿਵਿੰਗ ਨੇਚਰ ਹੁੰਦਾ। ਮੈਂ ਵੇਖਿਆ ਮੇਰੀ ਕੁੜੀਆਂ ਦੇ ਨਾਲ, ਮੈਂ ਇਹਨਾਂ ਕੁੜੀਆਂ ਦੇ ਨਾਲ, ਹੋਰ ਕੁੜੀਆਂ ਜੇ ਮੈਂ ਜਾਣਦੀ ਹਾਂ ਕੁੜੀਆਂ ਨੂੰ, ਦੇ ਆਲਵੇਜ਼ ਰੈਡੀ ਕਿ ਤੁਸੀਂ ਹਾਂ ਜੋ ਤੁਸੀਂ ਲੈ ਲਓ, ਤੁਸੀਂ ਇਹ ਲੈ ਲਓ, ਤੁਸੀਂ ਇਹ ਸਾਡਾ ਹੈ ਪਰ ਤੁਸੀਂ ਲੈ ਲਓ। ਤਾਂ ਮੈਨੂੰ ਇਹਨਾਂ ਨੂੰ ਦੱਸਣਾ ਹੈ ਕਿ ਤੁਹਾਡਾ ਹੈ ਤਾਂ ਤੁਸੀਂ ਰੱਖੋ, ਇਹ ਤੁਹਾਡੇ ਲਈ ਹੈ, ਮੈਂ ਤੁਹਾਡੇ ਲਈ ਲਾਈ ਹਾਂ। ਤੁਸੀਂ ਸੈਂਸ ਆਫ ਫੀਲਿੰਗ ਕਿ ਮੈਂ ਤੁਹਾਨੂੰ ਇੱਕ ਸਪੈਸ਼ਲ ਗਿਫਟ ਦਿੱਤਾ ਹੈ, ਤੁਸੀਂ ਇਹਨੂੰ ਆਪਣੇ ਲਈ ਰੱਖੋ। वो मैं चाहती हूँ कि ये ऐसा, बिकॉज लास्ट थिंग आई वांट इज कि मैं ये किसी और को आगे दे आए प्रेशर में आके कि किसी और हाँ कि लाइक ਤੁਸੀਂ ਵਾਚ ਦਿੱਤੀ, ਭਰਾ ਲੈ ਗਿਆ। ਹਾਂ ਮੈਨੂੰ ਉਹ ਬਹੁਤ ਪਿਆਰਾ ਵਾਚ ਦੇ ਲਈ ਤੇ ਹੋਰ ਕੀ ਬੁੱਕ ਕਿਤਾਬਾਂ ਕਿ ਸਮ ਟਾਈਮ ਹੁੰਦਾ ਕਿ ਨਹੀਂ ਮੈਂ ਤੋਂ ਨਹੀਂ ਪੜ੍ਹ ਹੋ ਰਹੀ, ਮੈਨੂੰ ਨਹੀਂ ਸਮਝ ਆ ਰਿਹਾ, ਸੋ ਸਮਨ ਐਲਸ ਵਿਲ ਟੇਕ ਇਟ। तो आई डोंट वांट दैट टू हैपन। कोशिश करो, ਹੁਣੇ ਨਹੀਂ ਆ ਰਹੀ, ਕੁਝ 1 ਸਾਲ ਬਾਅਦ ਆਏਗੀ, ਤੁਸੀਂ ਆਪਣੇ ਕੋਲ ਰੱਖੋ ਇਹ ਕਿਤਾਬ, ਅਭੀ ਨਹੀਂ 2 ਸਾਲ ਬਾਅਦ 3 ਸਾਲ ਬਾਅਦ ਜਬ ਵੀ ਤੁਹਾਡੇ ਕੋਲ ਹੋਏ ਤੁਸੀਂ ਪੜ੍ਹੋ, ਜਬ ਵੀ ਸਮਝ ਆਏ, ਬਟ ਇਹ ਤੁਹਾਡੀ ਹੈ, ਤੁਸੀਂ ਆਪਣੇ ਕੋਲ ਰੱਖਣੀ ਹੈ। ਬਿਲਕੁਲ। ਤਾਪਸੀ ਦਾ ਜਿਵੇਂ ਬਾਲੀਵੁੱਡ 'ਚ ਡਿਫਰੈਂਸੀਏਸ਼ਨ ਹੈਗਾ ਨਾ, ਉਹ ਘੁੰਗਰਾਲੇ ਵਾਲੀ ਕੁੜੀ ਬਹੁਤ ਪੰਜਾਬ ਦੇ ਵਿੱਚ ਕਹਿੰਦੇ ਨੇ, ਉਹ ਜਿਹੜੀ ਉਹ ਘੁੰਗਰਾਲੇ ਵਾਲੀ ਐਕਟ੍ਰੈਸ ਹੈ ਨਾ, ਤੇ ਇਹ ਸਕੂਲ 'ਚ ਹੁੰਦਾ ਸੀਗਾ ਵਾਲਾਂ ਨੂੰ ਲੈ ਕੇ? ਸਕੂਲ 'ਚ ਨਾ ਸਾਰੇ ਮੇਰੇ ਬਾਲਾਂ 'ਚ ਪੈਨਸਿਲ, ਸ਼ਾਰਪਨਰ, ਇਰੇਜ਼ਰ ਇਹ ਸਾਰੇ ਪਾ ਦਿੰਦੇ ਸੀ ਲਾਈਕ ਇਹਦੇ ਵਿੱਚ। हाँ एक्चुअली वो छोटी ਹੁੰਦੀ ਸੀ तो घने बाल हैं मेरे, बहुत घने बाल हैं, तो उसमें कुछ भी छोटा सा डलता था तो गुम जाता था। सो मैं बैठती थी फ्रंट बेंच पे, तो पीछे से मेरे बाल में लोग चीजें डाल देते थे। ਉਹ ਤੇ ਘਰੇ ਆ ਕੇ ਕਰਕੇ ਲੋਕ ਰੇਜ਼ਰ ਦੀ ਲੋਡਿੰਗ ਵਾਲਾ ਸਾਰਾ ਮੁੱਕ ਕੇ रुको बहुत इरिटेशन होती थी यार टाइम। बट अभी आप तो मतलब आई कैन लाफ एट इट, बट उस टाइम मुझे बड़ा गुस्सा आता था, क्या मेरे बाल में कचरा डालते रहते लोग। ਬਿਲਕੁਲ। ਤੇ ਨਾ ਤਾਪਸੀ ਲਾਈਕ ਜਦ ਮੈਂ ਤੁਹਾਡੀ ਫਿਲਮੋਗ੍ਰਾਫੀ ਵੀ ਕਰਦਾ ਨਾ, ਮੈਂ ਜਦ ਵੀ ਤੁਹਾਨੂੰ ਕਦੇ ਇੰਟਰਵਿਊ ਵੀ ਕਰਨਾ ਆ, ਮੈਨੂੰ ਨਾ ਇੱਕ ਲਾਈਕ ਥੋੜਾ ਹਟ ਕੇ ਰਹਿਣ ਦੀ ਆਦਤ ਤੁਹਾਡੀ ਦਿਖੀ ਹੈ। ਕੋਈ ਵੀ ਟੌਪਿਕ ਹੋਵੇ, ਜਿਹੜਾ ਵੀ ਤੁਸੀਂ ਹੁਣ ਤੱਕ ਫਿਲਮਾਂ ਕੀਤੀਆਂ ਹੋਣ, ਜਾਂ ਤਾਂ ਬਹੁਤ ਟੌਪੀਕਲ ਹੋਏਗਾ ਜਾਂ ਤਾਂ ਲਾਈਕ ਕੁਛ ਨਾ ਕੁਛ ਤੁਹਾਡੇ ਹਿੱਟ ਕਰਕੇ ਚੱਲ ਜਾਊਗਾ। ਇਹ ਕੌਨਸ਼ੀਅਸ ਡਿਸੀਜਨ ਹੈ ਲਾਈਫ ਦਾ ਕਿ ਮੈਂ ਇਹੋ ਜਿਹੀਆਂ ਫਿਲਮਾਂ ਕਰਨੀਆਂ ਨੇ? ਕੌਨਸ਼ੀਅਸ ਡਿਸੀਜਨ ਇਹ ਹੈ ਕਿ ਮੈਂ ਚਾਹੁੰਦੀ ਹਾਂ ਕਿ ਮੇਰੀ ਸਾਰੀ ਫਿਲਮਾਂ ਦੀ ਆਡੀਅנס, ਸਭ ਤੋਂ ਪਹਿਲੀ ਆਡੀਅנס ਮੈਂ ਖੁਦ ਹੋਵਾਂ, ਕਿ ਮੈਂ ਇਹੋ ਜਿਹੀ ਪਿਕਚਰ ਤੇ ਪੈਸੇ ਲਾਣਾ ਚਾਹੂੰਗੀ ਕਿ ਮਤਲਬ ਤੁਹਾਡੇ 100 ਰੁਪਏ 200 ਰੁਪਏ, ਤੁਹਾਡਾ 2 ਆਵਰਸ ਆਫ योर लाइफ, एक्चुअली मोस्ट इम्पॉर्टेंटली ਤੁਹਾਡਾ समय जो वापस नहीं आएगा कभी, तो वो आपकी पिक्चर, आपकी स्टोरी में लगाना वर्थ है, वो मेरे लिए सबसे इम्पोर्टेंट होता है। तो मैं अपने ऑडियंस का टाइम और पैसा वेस्ट नहीं करना चाहती। तो वैसे तो बाकी लोग अच्छी अच्छी बड़ी बड़ी पिक्चरें बना रहे हैं, सेम गुड लुकिंग मूवीज एंड मतलब वो सेम स्टोरी बट यू नो बिग स्केल एंड ऑल। मैं चाहती हूँ कि मैं उनको कुछ अलग दूँ जिसकी मैं खुद ऑडियंस हूँ, तो मैं इस तरीके से चूज़ करती हूँ। और तो कोई स्ट्रैटेजी है नहीं, बट मेरा रहने का स्टाइल और लाइफ चूज़ करने का स्टाइल मैंने कोशिश किया अलग रखने की, इसलिए नहीं कि अलग लगे, सिर्फ इसलिए कि जो जेन्युइनली मुझे पसंद है मैं वो करना चाहती हूँ, इसलिए नहीं क्योंकि बाकी सब ऐसा कर रहे हैं तो मुझे भी करना चाहिए, क्योंकि उसमें ना मैं भूल जाऊंगी कि मैं कौन हूँ, क्योंकि फिर मैं वही कर रही हूँ जो फॉर्मूला है, जो बाकी सब हीरोइनें कर रही हैं या जो बाकी सब बड़े स्टार कर रहे हैं। फिर वो फॉर्मूला फॉलो करने के लिए ना मैं फिर वो भेड़ चाल में एक ही तरीके की चीज़ें करना शुरू कर दूंगी। तो मेरी सबसे बड़ी पावर है, मैं एक डिफरेंट ह्यूमन बीइंग हूँ, एक डिफरेंट तरह की पर्सनालिटी हूँ, मैं चाहती हूँ उसको मेंटेन करके रखूँ। तो इसलिए मेरा कोशिश रहती है कि मैं अलग रहूँ थोड़ा सा। मैं ज़्यादा मतलब घूमने फिरने पार्टीज़ में भी बॉलीवुड की इतनी नहीं दिखूंगी आप लोगों को। एक तो मुझे क्योंकि लोग इनवाइट नहीं करते, मैं 10 बजे के बाद सो जाती हूँ। नहीं ज़्यादा नहीं होंगे क्योंकि ज़्यादातर मेरी फ्रेंडशिप हैगी नहीं इंडस्ट्री च। ओनली पीपल हु आई वर्क विद, जिसके नाल मैंने काम किया है उन्होंने मैं जान दिया। तो फिर उनके फंक्शन अगर कोई होते हैं, कुछ गेट टुगेदर होते हैं, तो मैं वहाँ कभी कभी चली जाती हूँ। बस ज़्यादातर लोगों को पता है मैं 10 बजे के बाद मैं सो जाती हूँ। ਇਸ ਦੇ ਵਿੱਚ ਕਰਕੇ ਲਾਈਕ ਜ਼ਿਆਦਾ ਸੋਸ਼ਲੀ ਤੁਸੀਂ ਇਨਵੋਲਵ ਨਾ ਹੋਣ ਕਰਕੇ ਤੁਹਾਨੂੰ ਲੱਗਦਾ ਕਿ ਕਈ ਲੋਕ ਇਸੇ ਡਰ ਦੇ ਨਾਲ ਸ਼ਾਇਦ ਤੁਹਾਨੂੰ ਅਪਰੋਚ ਵੀ ਨਹੀਂ ਕਰਦੇ ਹੋਣਗੇ? ਹੋ ਸਕਦਾ ਹੈ ਉਹਨਾਂ ਨੂੰ ਮੈਨੂੰ ਨਹੀਂ ਵੇਖਦੇ, ਤਾਂ ਕਹਿੰਦੇ ਨਾ ਫੀਅਰ ਆਫ ਅਨਨੋਨ, ਕਿ ਨਹੀਂ ਤੁਹਾਨੂੰ ਨਹੀਂ ਪਤਾ ਉਹਦੇ ਬਾਰੇ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਹੈ, ਕੁਝ ਅਜੀਬ ਹੋਊਗਾ,
जस्ट बिकॉज कि आपने देखा नहीं है मुझे या मुझे जानते नहीं हो। तो ज़्यादातर जो मेरे बारे में रेगुलर धारणा होती है कि यानी ये डिफ़िकल्ट पर्सन है, थोड़ी सी यू नो डिफ़िकल्ट है, थोड़ा सा हेडवेट है, लोग बोलते थोड़ा सा एरोगेंट है या थोड़ा सा इस करके, क्योंकि उन्होंने पता ही नहीं है, मेरे नाल गल ही नहीं करी कभी, बिकॉज क्योंकि मैं अवेलेबल नहीं हूँ ईजिली, मतलब इन द सेंस कि मैं ज़्यादा बाहर सोशल नहीं हूँ, मेरे बहुत लिमिटेड सर्कल है और मैं उसमें ज़्यादा रहती हूँ। बट जो लोग मेरे नाल काम करते ना उन्होंने पता होंगे है कि मैं किस तरह की कुड़ी हाँ। सो उन्होंने नाल मेरी इक्वेशन बहुत चंगी रहती था, इस करके मेरे एक्चुअली मेरी ज़्यादातर फिल्मां रिपीट डायरैक्टर्स नाल हुई ने। जी बिल्कुल। सो ज़्यादातर मेरे डायरैक्टर्स मैनू रिपीट करते हैं क्योंकि मेरी इक्वेशन बहुत चंगी रहती है, कंफर्ट रहता है उन्होंने मेरे नाल काम करके मज़ा आया होगा तदे ਤਾਂ ਉਹਨਾਂ ਨੇ ਰਿਪੀਟ ਕੀਤਾ ਹੈ, ਵਰਨਾ ਉਹ ਕਿਉਂ ਕਰਨਗੇ ਰਾਈਟ। ਤੇ ਨਾ ਕਹਿੰਦੇ ਨੇ ਕਿ ਜਦ ਤੁਹਾਡਾ ਕੋਸਟ ਆ ਜਾਂ ਕੋਈ ਤੁਹਾਨੂੰ ਇੱਕ ਉਸ ਪੈਡੈਸਟਲ ਤੇ ਰੱਖੇ ਤਾਂ ਤੁਹਾਡੇ ਅੰਦਰ ਸਟਰੈਂਥ ਆਉਂਦੀ ਹੈ। ਤੁਸੀਂ ਬਹੁਤ ਵੱਡੇ ਵੱਡੇ ਸਟਾਰਸ ਨਾਲ ਕੰਮ ਕੀਤਾ ਹੈ। ਰੀਸੈਂਟਲੀ ਸ਼ਾਹਰੁਖ ਨਾਲ ਵੇਖ ਕੇ ਸਾਡਾ ਦਿਲ ਬਹੁਤ ਖੁਸ਼ ਹੋਇਆ ਕਿ ਤਾਪਸੀ ਲਈ, ਕਿਉਂਕਿ ਨਾ ਤੁਸੀਂ ਕਹਿੰਦੇ ਨਾ ਕਿ ਆਮ ਲੋਕਾਂ ਚੋਂ ਨਿਕਲ ਕੇ ਉੱਥੇ ਪਹੁੰਚੇ ਹੋ, ਸ਼ਾਹਰੁਖ ਨਾਲ ਫਿਲਮ ਕਰਨਾ। ਮੈਂ ਜਾਣਨਾ ਚਾਹੂੰਗਾ ਕਿਹੜਾ ਐਸਾ ਐਕਟਰ ਅੱਜ ਤੱਕ ਰਿਹਾ ਹੈ ਜਿਹਨੇ ਤਾਪਸੀ ਨੂੰ ਐਸਾ ਫੀਲ ਕਰਾਇਆ ਕਿ ਉਹਨੂੰ ਲੱਗਿਆ ਆਈ ਐਮ ਔਨ ਦ ਟੌਪ ਆਫ ਦ ਵਰਲਡ। No, actually, when I worked with Shahrukh sir, I felt like I don't know if it can get bigger than this. अच्छा। क्योंकि शाहरुख सर और राजू सर की फिल्म में काम करना, it felt like कि ये इससे बड़ा तो कुछ और हो ही नहीं सकता। You are doing a love story with Shahrukh Khan in a Rajkumar Hirani film. ਇਹ ਤੋਂ ਵਾਧੂ ਤਾਂ ਤੁਹਾਨੂੰ ਕੀ ਮਿਲੇਗਾ? So I think that was the time I realized कि कहीं तो पहुंच गए लाइफ में कि आप इस पिक्चर के अंदर इतना इम्पोर्टेंट रोल कर रहे हो। सो आई थिंक दैट वाज द मोमेंट आई एक्चुअली थॉट के कहीं तो पहुंच गए लाइफ। अच्छा, हाँ। कोई मोमेंट ऐसा याद है जेड़ा कदे नहीं भूल सकते तुसी? ये पहले कुछ हफ्ता जिसमें मुझे एकदम जोन आउट हो जाता था शाहरुख सर को देख के, बिकॉज तापसी जोन आउट हो रही है तो भाई कुछ तो हो रहा होगा। बिकॉज मैंने पिक्चरें देखनी शुरू करी थी मेरे 12वीं क्लास के करीब। बचपन में ज़्यादा पिक्चरें देखी नहीं मैंने। जब देखनी शुरू करी टीवी पे भी जो भी देखती थी ज़्यादातर शाहरुख सर की पिक्चरें आती थी। एंड अभी भी उसके बाद भी वो एकदम पीक पे थे जब मैंने पिक्चरें देखनी शुरू करी थी स्कूल कॉलेज के बाद। तो अब मेरे लिए उनको देखना, अब वो ऐसा लग रहा है कि टीवी से इंसान निकल के आ गया है, ये बड़े स्क्रीन से इंसान निकल के अब सामने आ गया है और वो ही उसी तरह की बातें मेरे साथ कर रहा है। तो वो थोड़ा सा स्टार स्टक फीलिंग मुझे पहली बार एक्चुअली डंकी के सेट पे हुई थी। अच्छा, कभी आपने शाहरुख को एक्सप्रेस किया अपनी फीलिंग? नो, आई डोंट थिंक वो बहुत अजीब हो जाता। मैं उनको और ऑकवर्ड नहीं फील कराना चाहती। बट लाइक कहते ना नज़रिया बदलना समय दर समय। ਤਾਪਸੀ ਦੇ ਲਈ ਲੋਕਾਂ ਦਾ ਨਜ਼ਰੀਆ ਬਦਲਿਆ ਆ। ਜਦ ਤਾਪਸੀ ਐਂਟਰ ਹੋਈ ਸੀ ਉਹਨੂੰ ਬਹੁਤ ਚੁਲਬੁਲੀ ਜੀ ਕੁੜੀ ਦੇ ਤੌਰ ਤੇ ਦੇਖਿਆ ਗਿਆ। ਤਾਪਸੀ ਨੇ ਫਿਰ ਹੌਲੀ ਹੌਲੀ ਅੱਗੇ ਵਧਿਆ, ਉਹਨੂੰ ਇੱਕ ਸਟਰੋਂਗ ਕੁੜੀ ਦੇਖਿਆ ਗਿਆ। ਤਾਪਸੀ ਥੋੜਾ ਹੋਰ ਅੱਗੇ ਵਧੀ, ਇੱਕ ਸਟਰੋਂਗ ਐਕਟਰ ਦਿਖੀ। ਬਟ ਤੁਹਾਡੇ ਲਈ ਪਰਸਨਲ ਤੌਰ ਤੇ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਜਿਹੜਾ ਐਕਚੁਅਲ ਨਜ਼ਰੀਆ ਹੈ ਉਹ ਤੁਹਾਡੇ ਹਿਸਾਬ ਨਾਲ ਕਦੋਂ ਬਦਲਿਆ ਇੰਡਸਟਰੀ ਦੇ ਵਿੱਚ? एक्चुअली मैं भी ग्रो की थी। मैं फर्स्ट टाइम जब मैं भी आई थी इंडस्ट्री तो मैं भी एक्चुअली मैं बड़ी एनर्जेटिक, मतलब अ वेरी एक्टिव एनर्जेटिक कुड़ी मैं एक्चुअली वही थी। धीरे धीरे विद एक्सपीरियंस मैं थोड़ा बदलने लग गई। धीरे धीरे मेरे को समझ में आने लगा कि क्या चीज़ मुझे अच्छी लगती है, क्या नहीं लगती है, क्या मुझे सही लगता है, क्या नहीं लगता है, क्या चीज़ मेरे को करनी चाहिए, नहीं। मैंने बहुत गलतियाँ करके सीखा है। मैं अपनी गलती रिपीट नहीं करती। मैं गलतियाँ करती हूँ बट उनसे सीख के मैं रिपीट नहीं करती। तो मैंने अपनी एक्सपीरियंस से लाइफ में लास्ट 10 ईयर्स में मैं खुद चेंज हुई हूँ। तो मैं ऐसा नहीं कह सकती कि मैं ये थी फिर मैं ये आइडेंटिफाई करती हूँ, इससे नहीं करती। मैं एक्चुअली लास्ट 10 ईयर्स में मैंने खुद में चेंजेस फील किए हैं। सो इट्स एक्चुअली वट एवर यू सी ऑफ मी एंड वट एवर यू फील अबाउट मी वॉज एक्चुअली हैपनिंग फॉर रियल। आई वॉज ऑल्सो आप खुद ਨੂੰ ਬਦਲ ਰਹੇ ਸੀ। हाँ, समय ਦੇ ਨਾਲ, with experience, with the industry, with the people, with what is right or wrong। ਤੁਹਾਡੀ ਸੋਚਣ ਦਾ ਨਜ਼ਰੀਆ ਜੋ ਹੈ ਉਹ ਐਕਚੁਅਲੀ ਲਾਸਟ 10 ਇਅਰਸ में मेरे वर्क एक्सपीरियंस से मेरा बदला है। ਇੱਕ ਚੀਜ਼ ਮੈਨੂੰ ਲੱਗਦਾ ਹੈ ਜਿਹੜੀ ਤੁਹਾਡੇ 'ਚ ਬਦਲੀ, ਇੱਕ ਟੋਲਰੈਂਸ ਬਹੁਤ ਬਦਲੀ। बहुत, हाँ, पेशेंस है ना, हाँ ਉਹ ਬਹੁਤ ਜ਼ਿਆਦਾ ਆ ਗਈ। ਮੈਂ ਨਾ ਜਦ ਉਹ ਇੱਕ ਮੇਰਾ ਪਰਸਨਲੀ ਵੀ ਪੁੱਛਣੀ ਹੈ ਉਹ ਚੀਜ਼, ਉਹ ਜਿਹੜਾ ਤੁਸੀਂ ਰੋਸਟ ਕਰਾਇਆ ਸੀ ਨਾ ਆਪਣਾ, ਹੈ ਨਾ, ਤਾਂ ਮੈਂ ਉਹਨੂੰ ਦੇਖ ਕੇ ਕਹਿ ਰਿਹਾ ਸੀਗਾ ਬੰਦੇ ਨੂੰ ਕਿੰਨੀ ਪੇਸ਼ੈਂਸ ਚਾਹੀਦੀ ਹੋਏਗੀ ਨਾ ਕਿ ਸਾਰੇ ਲੋਕੀ ਇਕੱਠੇ ਕਰਕੇ ਆਓ ਮੇਰੀ ਬੇਇੱਜ਼ਤੀ ਕਰੋ। ਮੈਨੂੰ ਦੱਸੋ ਕੀ ਸੀਗਾ? एक्चुअली ਮੈਨੂੰ ਕਾਮੇਡੀ
ਜੈਨੂਇਨਲੀ ਬਹੁਤ ਪਸੰਦ ਮੈਨੂੰ ਪਤਾ ਹਾਂ ਮੈਂ ਖੁਦ ਇੱਕ ਵਨ ਨਾਈਟ ਸਟੈਂਡ 'ਚ ਇੱਕ ਸੈਸ਼ਨ ਕੀਤਾ ਸੀ I loved it I love doing comedy I love humor I love sense of humor ਮੇਰਾ sense of humor ਨਾ ਕੁਝ ਥੋੜਾ ਖੁਦ ਹੀ sarcastic type ਦਾ ਹੈ ਜਿਹੜੇ ਟੰਗ ਖਿੱਚਣ ਵਾਲਾ sense of humor ਹੁੰਦਾ ਹੈ ਨਾ ਉਹ ਹੈ ਮੇਰਾ ਸੋ ਕਈ ਵਾਰੀ ਕੀ ਹੁੰਦਾ ਹੈ ਲੋਕੀ ਸਹੀ ਤਰ੍ਹਾਂ ਨਹੀਂ ਲੈਂਦੇ ਇਸ sense of humor ਨੂੰ I don't know this is more like ਦਿੱਲੀ ਵਾਲਿਆਂ ਦਾ sense of humor ਨਾ ਇਹੋ ਜਿਹਾ ਹੁੰਦਾ ਹੈ ਉਹ ਜਿਸ ਨੂੰ ਸਮਝਣਾ ਹੈ ਨਾ ਉਹ ਕਾਫੀ ਅਪਸੈਟ ਵੀ ਹੋ ਸਕਦਾ ਹੈ offend ਹੋ ਜਾਂਦੇ ਬਹੁਤ ਛੇਤੀ हो जाते हैं आजकल तो सारे ऑफेंड होने लिए रेडी हैं तो कुछ भी बोलो तो ऑफेंड हो जाते हैं तो मैंने मेरे बर्थडे में कुछ ऐसा करना चाहती थी कि मुझे लगे कि मैं चाहती हूँ लोगों को दिखे और समझ में आए ये जोक को जोक की तरह कैसे लेते हैं ਉਹ ਪੂਰੀ ਵੀਡੀਓ ਕਿੱਥੇ ਦਿਖੂਗੀ ਆ ਮੈਂ ਪੁੱਛਣਾ ਸੀਗਾ एक्चुअली वो सिर्फ लाइव ऑडियंस के लिए थी और लाइव स्ट्रीम हो रही थी मैंने ਹੋ ਗਿਆ ਮੇਰਾ ਮੈਂ ਸੋਚਿਆ ਮੈਨੂੰ ਦੱਸ ਦੂਗੀ ਅੱਜ ਮੈਂ ਲਾਈਕ ਮੈਂ ਪਰਸਨਲੀ ਕਹਿ ਰਿਹਾ ਮੈਂ ਐਡੀ ਲੱਭੀ ਉਹ ਵੀਡੀਓ ਮੈਂ ਸਿਰਫ ਉਹ ਗੁਰਲੀਨ ਬੰਨੂ ਵਾਲਾ ਜਿਹੜਾ ਸੀਗਾ ਨਾ ਉਹ ਵਾਲਾ ਬਾਹਰ ਆਇਆ ਸੀਗਾ ਮੈਂ ਕਿਹਾ ਇੱਕ ਅੱਧੇ ਕਲਿੱਪ ਸਭ ਦੇ ਅਬੀਸ਼ ਦਾ ਆਇਆ ਸੀ ਅਬੀਸ਼ ਨੇ ਆਪਣਾ ਪੋਸਟ ਕੀਤਾ ਸੀ ਤੇ ਗੁਰਲੀਨ ਨੇ ਆਪਣਾ ਕੀਤਾ ਸੀ ਤੇ ਇਹ ਸਾਡੇ ਵੱਲ ਹੰਬਲ ਰਿਕੁਐਸਟ ਨੂੰ ਕਿਤੇ ਪਾ ਦਿੱਤਾ ਜਾਵੇ ਚਲੋ ਮੈਂ ਕੰਸੀਡਰ ਕਰਾਂਗੀ ਪਲੀਜ਼ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਬਹੁਤ ਅਲੱਗ ਲੈਵਲ ਦੀ ਮੈਚੁਰਿਟੀ ਹੁੰਦੀ ਹੈ ਆਪਣੇ ਉੱਤੇ ਜੋਕ ਲੈਣਾ ਮੈਨੂੰ ਕੋਈ ਕਾਲ ਕਰਦਾ ਨਾ ਲਾਈਕ ਹੋਰ ਭਾਜੀ ਕਿਵੇਂ ਹੋ ਮੈਂ ਕਹਿੰਦਾ ਨਾ ਮੋਟਾ ਮੈਂ ਮੇਰਾ ਆਨਸਰ ਪਤਾ ਕੀ ਹੁੰਦਾ ਹੈ ਹਾਊ ਆਰ ਯੂ ਬਿਊਟੀਫੁਲ ਓ ਕਿਵੇਂ ਹੋ ਸੁੰਦਰ ਕਿਤੇ ਓਨ ਕਰਨਾ ਮੈਂ ਉਹ ਕਹਿੰਦਾ ਮੈਨੂੰ ਕਿਸ ਨੇ ਕਿਹਾ ਕਹਿੰਦੇ ਤੁਸੀਂ ਲਾਈਕ ਕਹਿੰਦੇ ਪਹਿਲਾ ਬੰਦਾ ਮੈਨੂੰ ਮੋਟੇ ਹੁੰਦੇ ਮਾਰਨਾ ਮੈਂ ਕਿਹਾ ਮੈਂ ਇਦਾਂ ਦਾ ਹੈਗਾ ਐਂਡ ਆਈ ਲਵ ਇਟ ਜਦ ਬਦਲ ਚੇਂਜ ਕਰੂੰਗਾ ਮੈਂ ਕਹੂੰਗਾ ਪਤਲਾ और क्या सीरियसली सब कुछ ऐसे बहुत कुछ सीरियसली ले रहे हैं आजकल मैं सबको यही बात बोलती हूँ कि मैं अपने आप को सीरियसली नहीं लेती मैं कोई चोला मौर्य खानदान की नहीं हूँ मैं आई एम वेरी हैप्पी टू क्रैक अ जोक ऑन माई सेल्फ आई लव टू क्रैक जोक ऑन माई सेल्फ माई फ्रेंड्स ग्रुप हम सब मिलते हैं एक दूसरे पे जोक मारते हैं हम बैठ के एंड एवरीबडी लाफ्स एट इट आई इंजॉय दैट काइंड ऑफ ह्यूमर मैं अपने काम ਨੂੰ ਬਹੁਤ ਸੀਰੀਅਸਲੀ ਲੈਂਦੀ ਹਾਂ ਮੈਂ ਆਪਣੇ ਆਪ ਨੂੰ ਸੀਰੀਅਸਲੀ ਨਹੀਂ ਲੈਂਦੀ ਤਾਂ ਮੈਨੂੰ ਕੋਈ ਤੁਸੀਂ ਮੈਨੂੰ ਗਾਲ ਕੱਢ ਦਿਓ ਤੁਸੀਂ ਮੈਨੂੰ ਕੁਝ ਵੀ ਕਿਉਂ ਮੈਨੂੰ ਕੋਈ ਫਰਕ ਨਹੀਂ ਪਊਗਾ ਬਿਕਾਜ਼ ਆਈ ਐਮ ਲਾਈਕ ਯੂ ਡੋਂਟ ਅਫੈਕਟ ਮੀ ਬਟ ਇੱਕ ਤਾਂ ਟਾਈਮ ਹੋਏਗਾ ਨਾ ਜਦ ਇਹ ਇਫੈਕਟ ਪੈਂਦਾ ਹੋਏਗਾ ਹਾਂ ਜਿਵੇਂ ਤੁਸੀਂ ਯੰਗ ਸਕੂਲ ਕਾਲਜ ਟਾਈਮ 'ਚ ਲਾਈਕ ਹਾਊ ਡੇਅਰ ਹੀ ਸੇ ਲਾਈਕ ਦੈਟ ਔਰ ਮੈਂ ਤਾਂ ਨਾਸਾ ਪਾਉਂਦੇ ਆਂਗੀ ਹੈ ਨਾ ਹੁਣ ਸੋ ਉਹ ਸਭ ਮੇਰਾ ਫੇਸ ਹੋ ਚੁੱਕਾ ਹੈ ਉਹ ਸਕੂਲ ਕਾਲਜ ਕੇ ਟਾਈਮ ਕਾਲਜ ਖਤਮ ਹੋਤੇ ਹੋਤੇ ਇੰਡਸਟਰੀ ਨੇ ਮੈਨੂੰ ਬਹੁਤ ਚੇਂਜ ਕਰਤਾ ਤੇ ਇਸ ਇੰਡਸਟਰੀ 'ਚ ਤੁਸੀਂ ਇਹੋ ਜਿਹਾ ਐਟੀਟਿਊਡ ਰੱਖ ਹੀ ਨਹੀਂ ਸਕਦੇ ਹਰ ਕੋਈ ਤੁਹਾਨੂੰ ਕਿਸੇ ਵੀ ਨਾਮ ਨਾਲ ਬੁਲਾਊਗਾ ਤੇ ਦੇ ਵਿਲ ਸੇ ਸਮ ਰੀਅਲੀ ਫਨੀ ਵੀਅਰਡ ਸਮ ਬੈਡ ਥਿੰਗ ਸਮ ਗੁੱਡ ਥਿੰਗ ਸੋ ਯੂ ਕੈਨੋਟ ਗੈਟ ਅਪਸੈਟ ਅਗਰ ਤੁਸੀਂ ਇਹ ਕਰਨ ਲੱਗ ਗਏ ਨਾ ਤਾਂ ਫਿਰ ਤੁਹਾਨੂੰ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਬਿਲਕੁਲ ਸੋ ਇਸ ਇੰਡਸਟਰੀ 'ਚ ਤਾਂ ਡੈਫੀਨਿਟਲੀ ਨਹੀਂ ਵੱਧ ਸਕਦੇ ਤੇ ਉਹ ਕੁੜੀਆਂ ਜਿਹੜੀਆਂ ਇਹ ਤੋਂ ਇਫੈਕਟ ਹੋ ਜਾਂਦੀਆਂ ਨੇ ਕਿਉਂਕਿ ਮੈਂ ਨਾ ਲਾਈਕ ਰੀਸੈਂਟਲੀ ਦੇਖ ਰਿਹਾ ਸੀ ਕਿਸੇ ਨੇ ਕੁੜੀ ਨੇ ਨਾ ਕੋਈ ਵੀਡੀਓ ਪਾਈ ਸੀ ਉਹਨੂੰ ਟ੍ਰੋਲ ਕਰ ਦਿੱਤਾ ਉਹ ਮੇਰੇ ਕੋਲ ਆ ਕੇ ਕਹਿੰਦੀ ਭਵਨੀਤ ਮੈਨੂੰ ਆਇਆ ਉਹ ਨਾ ਬੜਾ ਲਾਈਕ ਉਹਨੇ ਹੈਵੀਲੀ ਲਿਆ ਉਹਨੂੰ ਮੈਂ ਕਿਹਾ ਤੈਨੂੰ ਨਹੀਂ ਲੱਗਦਾ ਕੋਈ ਤੈਨੂੰ ਯੂਜ਼ ਕਰ ਰਿਹਾ ਜਸਟ ਆਪਣਾ ਕੰਟੈਂਟ ਵੱਡਾ ਕਰਨ ਵਾਸਤੇ ਤਾਂ ਯੂ ਸ਼ੁੱਡ ਬੀ ਜਸਟ ਲਾਈਕ ਇਗਨੋਰ ਇਟ ਮੈਨੂੰ ਨਹੀਂ ਪਤਾ ਕਿ ਬਾਕੀ ਕੁੜੀਆਂ ਕਿਵੇਂ ਕਰਦੀਆਂ ਨੇ ਮੈਂ ਐਕਚੁਅਲੀ ਆਪਣੇ ਇੰਡਸਟਰੀ 'ਚ ਗੱਲ ਕਰ ਸਕਦੀ ਹਾਂ ਮੇਰੀ ਐਜ਼ ਐਨ ਐਕਟਰ जब आप डिसाइड करते हो आप एक्टर बनोगे पब्लिक फिगर बनोगे तो you actually write off your the right to get offended at personal jibes वो आप गिव अवे कर देते हो कि अब आप डाइनिंग टेबल डिस्कशन हो आप डाइनिंग टेबल डिस्कशन हो आपको लोग पसंद कर सकते हैं आपको लोग नफरत कर सकते हैं उनको आपको जानते भी नहीं है फिर भी उनको ओपिनियन होगा आपके ऊपर कि आप कैसे कपड़े पहनने चाहिए आप कैसे बात करने चाहिए उनको वो डिसाइड करेंगे कि आप स्वीट हो अच्छे बात करते हो कि नहीं करते उनको कुछ नहीं पता आपके बारे में बट वो ओपिनियन रखेंगे सो एज अ पब्लिक फिगर यू लूज दिस राइट ऑफ एक्सपेक्टिंग पीपल टू know you before they make a comment so I am very aware of the fact कि जिस दिन मैंने decide किया to be an actress तो उसके बाद अब मैं ऑफेंड नहीं हो सकती हर एक की इन्फॉर्मेशन से बट द रेगुलर जॉब या रेगुलर लाइफ जीने वाली लड़कियां आई डोंट नो कुड़ियां हाउ डू दे हैंडल इट बिकॉज इट्स वेरी डिफिकल्ट बिकॉज यू डिड नॉट आस्क फॉर इट so I don't know it's very difficult for them I can only tell you about my profession it's only मेरा social media जो है it's only outgoing मतलब मैं जो डाल रही हूँ मैं डाल रही हूँ जो मैं देखती नहीं हूँ बिकॉज अगर मैं देखने लग गई तो फिर तो मतलब मेरा मेंटल पीस मेंटल स्टेबिलिटी सब चला जाएगा सो आई डोंट गेट बॉदर्ड एनीमोर इट टुक मी टाइम years and years of understanding कि कई ਲੋਕਾਂ ਨੂੰ ਤਾਂ ਇਹ ਮੌਕਾ ਚਾਹੀਦਾ ਹੈ ਕਿ ਮੈਂ ਕੁਝ ਵੀ ਬੋਲ ਕੇ ਅਟੈਂਸ਼ਨ ਮਿਲ ਜਾਏ ਮੈਨੂੰ ਜੇ ਉਹਨਾਂ ਦਾ ਦਿਨ ਖਰਾਬ ਜਾ ਰਿਹਾ ਤੁਸੀਂ ਮੇਰੀ ਫੋਟੋ ਆਏ ਕਿ ਓਬਾਮਾ ਦੀ ਫੋਟੋ ਆਏ ਕਿਸੇ ਦੀ ਫੋਟੋ ਆਏ ਉਸ ਤੇ ਉਹਨਾਂ ਨੇ ਕਮੈਂਟ ਕਰਨਾ ਬਿਕॉज उनका दिन खराब जा रहा है
ਬਿਲਕੁਲ। ਔਰ ਤਾਪਸੀ ਨੇ ਸਿੱਖਿਆ ਹੋਇਆ ਹੈ ਕਿ ਮੈਂ ਕਿਵੇਂ ਉਹ ਕਰਨਾ ਹੈ, ਬਟ ਤਾਪਸੀ ਜ਼ਿਆਦਾਤਰ ਸਪੈਂਡ ਥ੍ਰਿਫਟ ਤਾਂ ਕਾਫੀ ਹੈਗੀ ਮੈਂ ਤਾਪਸੀ, ਬਹੁਤ ਹੈ ਨਾ? ਬਹੁਤ ਕਿਹਦੇ ਉੱਤੇ ਸਭ ਤੋਂ ਜ਼ਿਆਦਾ ਖਰਚਾ ਕਰ ਰਹੀ ਹੈ ਅੱਜਕੱਲ ਤਾਪਸੀ? ਟਰੈਵਲਿੰਗ। ਅੱਛਾ, ਕਿੱਥੇ ਕਿੱਥੇ ਘੁੰਮ ਕੇ ਆਈ? ਮੈਂ ਕਾਫੀ ਘੁੰਮਣਾ ਪਸੰਦ ਹੈ ਮੈਨੂੰ। ਮੈਂ ਲਾਸਟ ਹੌਲੀਡੇ ਕੀਤੀ ਸੀ, ਲਾਸਟ ਨਿਊ ਈਅਰ ਤਾਂ ਮੈਂ ਕੇਰਲਾ ਚ ਮਨਾਇਆ ਸੀ। ਉਹ ਨਾਈਸ। ਮੈਂ ਉਸ ਤੋਂ ਪਹਿਲਾਂ ਮੈਂ ਯੂਐਸ ਗਈ ਸੀ ਪੂਰਾ 1 ਮਹੀਨਾ। ਹਾਂ, ਤਾਂ ਮੈਂ ਡਰਾਈਵ ਤੂੰ ਉੱਥੇ ਐਵੇਂ ਘੁੰਮਦੀ ਆ ਜਿਵੇਂ ਆਮ? ਹਾਂ, ਐਕਚੁਅਲੀ ਬਾਹਰ ਦੀ ਕੰਟਰੀ ਚ ਨਾਰਮਲੀ ਲਾਈਕ ਪਬਲਿਕ ਟਰਾਂਸਪੋਰਟ, ਜਸਟ ਵਾਕ। ਕਿਸੇ ਕਦੇ ਇਦਾਂ ਹੋਇਆ ਕਿ ਤੂੰ ਲਾਈਕ ਤੁਹਾਨੂੰ ਲੱਗਿਆ ਹੋਵੇ ਇੱਥੇ ਮੈਨੂੰ ਕੋਈ ਨਹੀਂ ਪਛਾਣੂਗਾ, ਵੀ ਕਿਸੇ ਨੇ ਪਛਾਣ ਲਿਆ? ਹਾਂ, ਐਸੇ ਕਈ ਵਾਰ ਹੁੰਦਾ ਹੈ ਕਿ ਬਾਹਰ ਦੀਆਂ ਕੰਟਰੀਆਂ ਚ ਚੀਜ਼ਾਂ ਨੂੰ ਲੱਗਦਾ ਹੈ ਮੈਨੂੰ ਤਾਂ ਨਹੀਂ ਜਾਣਦੇ ਹੋਣਗੇ। ਕਈ ਵਾਰੀ ਕੀ ਹੁੰਦਾ ਹੈ, ਇੰਡੀਅਨ ਨਹੀਂ ਹੁੰਦੇ, ਟਰਕਿਸ਼ or you know Afghani people, because they watch Indian films, Nice. Bollywood films, so sometimes proud da feel hunda so yeah, so I'm looking at them like, you don't look Indian. Like no, we watch Indian films, we are from Turkey or we are from Afghanistan, you know, like that. Yeah. ਕੀ ਬਾਤ ਹੈ। ਇਹਨਾਂ ਫਿਲਮਾਂ ਦੇ ਸੈੱਟ ਬਹੁਤ ਇੰਟਰਸਟਿੰਗ ਹੁੰਦੇ ਨੇ। ਮੈਨੂੰ ਦੱਸੋ ਐਸਾ ਕਿਹੜਾ ਸੈੱਟ ਸੀ ਫਿਲਮ ਦਾ ਜਿੱਥੇ ਤੁਸੀਂ ਸਭ ਤੋਂ ਵੱਧ ਖਾਦਾ? ਮੇਰੇ ਹਰ ਸੈੱਟ 'ਚ ਮੈਂ ਬਹੁਤ ਖਾਂਦੀ ਹਾਂ। ਹੈ ਆਲਰਾਈਟ। ਤੇ ਤਾਪਸੀ ਹੁਣ ਸਾਲ 2024 ਆ ਚੁੱਕਾ ਹੈ ਨਾ, ਤੇ ਇਸ ਸਾਲ ਤੋਂ ਬਹੁਤ ਸਾਰੀਆਂ ਸਭ ਨੂੰ ਉਮੀਦਾਂ ਨੇ, ਫੈਨਸ ਵੀ ਜਾਣਨਾ ਚਾਹੁੰਦੇ ਕਿ ਤਾਪਸੀ ਵੱਲੋਂ ਕੀ ਕੁਝ ਪੇਸ਼ ਕੀਤਾ ਜਾਏਗਾ। ਰੈਗੂਲਰ ਕੰਮ ਤਾਂ ਅੰਦਰ ਹੈ। ਮੈਂ ਹਸੀਨ ਦਿਲਰੂਬਾ ਪਾਰਟ 2 ਆ ਰਹੀ ਹੈ ਜੀ ਆਏਗੀ। ਮੈਂ ਉਸ ਤੋਂ ਬਾਅਦ ਤਾਂ ਮੈਂ ਐਕਚੁਅਲੀ ਪਰਸਨਲੀ 2024 I want to give time to my personal growth also, because last couple of years मैंने realize किया मैं इतना भाग भाग के काम कर रही थी, इतनी सारी पिक्चरें कर रही थी। मैंने डिसाइड किया था डंगी तो बाद मैं अब थोड़ा सा रिलैक्स करके काम करूँगी। मतलब 4-5 पिक्चरें नहीं कर सकती मैं 1 साल में। I need to relax, enjoy life, because time is going. There's only limited time left in your life. You need to enjoy it as much as your work. So right. क्या बात है। ਤੇ ਅਸੀਂ ਉਮੀਦ ਕਰਾਂਗੇ ਕਿ ਹੁਣ ਜੋ ਵੀ ਲਾਈਕ ਆਵੇ ਨਿਕਲ ਕੇ ਉਹ ਬਿਲਕੁਲ ਕਮਾਲ ਦਾ ਹੋਵੇ ਤੇ ਦਰਸ਼ਕਾਂ ਨੂੰ ਬਹੁਤ ਪਸੰਦ ਆਵੇ। ਲੇਕਿਨ ਤਾਪਸੀ ਜੈਸੀ ਇੱਕ ਸਟਰੋਂਗ ਗਰਲ ਤੋਂ ਲਾਈਕ ਮੈਂ ਇੱਕ ਮੈਸੇਜ ਚਾਹਨਾ ਕੁੜੀਆਂ ਵਾਸਤੇ ਜਿਹੜੀਆਂ ਅੱਜ ਦੀ ਜ਼ਿੰਦਗੀ ਦੇ ਵਿੱਚ ਲਾਈਕ ਆਪਣੀ ਹੋਂਦ ਨੂੰ ਬਣਾਉਣ ਲਈ ਲੜ ਰਹੀਆਂ ਨੇ, ਉਹਨਾਂ ਨੂੰ ਕੀ ਸੁਜੈਸ਼ਨ ਦੇਣਾ ਚਾਹੋਗੇ? ਕਿਉਂਕਿ ਤੁਸੀਂ ਵੀ ਆਪਣੀ ਲੜਾਈ ਲੜ ਕੇ ਆਪਣੀ ਥਾਂ ਬਣਾਈ ਹੈ। ਜਿਹੜੀ ਕੁੜੀਆਂ ਲੜ ਰਹੀਆਂ ਨੇ ਆਪਣੀ ਪ੍ਰੈਜ਼ੈਂਸ ਲਈ, ਆਪਣੀ ਆਈਡੈਂਟੀਟੀ ਲਈ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਲੜਦੇ ਰਹੋ, ਕਿਉਂਕਿ ਜੇ ਤੁਸੀਂ ਗਿਵ ਅਪ ਕਰਤਾ ਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹ ਇਕੁਆਲਿਟੀ, ਯੂ ਨੋ ਦ ਇਕੁਅਲ ਓਪਰਚੁਨਿਟੀ ਨਹੀਂ ਮਿਲੇਗੀ। ਸੋ ਤੁਹਾਨੂੰ ਲੜਨਾ ਪਏਗਾ। ਮੈਂ ਗਾਰੰਟੀ ਨਹੀਂ ਦੇ ਸਕਦੀ ਤੁਹਾਨੂੰ ਇਕੁਆਲਿਟੀ ਮਿਲੇਗੀ ਕਿ ਨਹੀਂ, ਮੈਨੂੰ ਵੀ ਨਹੀਂ ਪਤਾ ਮੈਨੂੰ ਕਦੇ ਮਿਲੇਗੀ ਕਿ ਨਹੀਂ, ਪਰ ਮੈਨੂੰ ਇਹ ਪਤਾ ਹੈ ਮੈਂ ਗਿਵ ਅਪ ਕਰਤਾ ਮੇਰੀ ਨੈਕਸਟ ਜਨਰੇਸ਼ਨ ਨੂੰ ਵੀ ਨਹੀਂ ਮਿਲੇਗੀ। ਕੀ ਬਾਤ ਹੈ। ਐਂਡ ਸਾਨੂੰ ਇੰਨੀ ਗੱਲ ਪਤਾ ਹੈਗੀ ਹੈ ਕਿ ਤੁਹਾਡੇ ਰੂਪ ਦੇ ਵਿੱਚ ਸਾਨੂੰ ਇੱਕ ਬਹੁਤ ਸਟਰੋਂਗ ਪਰਸਨੈਲਿਟੀ ਜਿਹਨੂੰ ਕਈ ਕੁੜੀਆਂ ਲੁੱਕ ਅਪ ਟੂ ਕਰ ਸਕਣ ਉਹ ਮਿਲੀਆਂ ਨੇ, ਤੇ ਇੱਕ ਸਪੋਰਟਰ ਟੂ ਸੋਸਾਇਟੀ। ਅੱਜ ਮੈਂ ਜੋ ਦੇਖਿਆ ਲਾਈਕ ਜਸਟ ਮੈਂ ਇੱਥੇ ਆਇਆ, ਆਈ ਜਸਟ ਵਾਂਟ ਟੂ ਥੈਂਕ ਯੂ ਕਿ ਸਾਨੂੰ ਇਹ ਵੇਖਣ ਦਾ ਤੁਸੀਂ ਮੌਕਾ ਦਿੱਤਾ, ਤੇ ਕਿਤੇ ਨਾ ਕਿਤੇ ਦਿਲੋਂ ਇਹ ਚੀਜ਼ ਆਈ ਹੈ ਕਿ ਸਿਰਫ ਕਿਸੇ ਨੂੰ ਨੈਸੈਸਿਟੀ ਦੇਣਾ ਕਾਫੀ ਨਹੀਂ ਹੈ, ਉਸ ਤੋਂ ਬਾਅਦ ਵੀ ਕਈ ਚੀਜ਼ਾਂ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਸ਼ੇਪ ਕਰਨ। किसी को समय दो, आई थिंक वो ज्यादा मेमोरेबल रहता है। अपनी लाइफ का मैं टाइम निकाल के दे रही हूँ किसी को, आई थिंक वो इज बिगर देन एनी गिफ्ट। ਕੀ ਬਾਤ ਹੈ। ਤੇ ਅਸੀਂ ਜਦ ਵੀ ਤੁਸੀਂ ਆਓ ਪਲੀਜ਼ ਦੱਸਿਆ ਕਰੋ, ਮੈਂ ਭਾਵੇਂ ਤੁਹਾਡੇ ਲਿਫਾਫੇ ਭਰਨ ਆ ਜਾ, ਬਟ ਸਵਾਦ ਬੜਾ ਆ। ਚਲੋ ਥੈਂਕ ਯੂ ਸੋ ਮਚ ਜੀ, ਜਲਦੀ ਮਿਲਾਂਗੇ ਜੀ। ਥੈਂਕ ਯੂ ਸੋ ਮਚ। ਫਿਲਹਾਲ ਅਸੀਂ ਤਾਪਸੀ ਪੰਨੂ ਜੋ ਨੰਨੀ ਕਲੀ ਫਾਊਂਡੇਸ਼ਨ ਨਾਲ ਜੁੜ ਕੇ ਜਿਸ ਤਰ੍ਹਾਂ ਦੇ ਨਾਲ ਅੱਜ ਇਹਨਾਂ ਨੇ ਆਪਣਾ ਪਿਆਰ ਉਹਨਾਂ ਬੱਚਿਆਂ ਨੂੰ ਦਿੱਤਾ ਆ, ਉਹਨਾਂ ਦੀ ਜਿਹਦਾ ਮੈਂ ਕਹਿ ਸਕਦਾ ਪੂਰੀ ਨਜ਼ਰ ਰੱਖ ਰਹੀ ਹੈ ਨਾ, ਉਹਨਾਂ ਦੇ ਫਿਊਚਰ ਲਈ ਇਹ ਬਹੁਤ ਬੈਨੀਫੀਸ਼ੀਅਲ ਸਾਬਿਤ ਜ਼ਰੂਰ ਹੋਏਗਾ। ਕੈਮਰਾਮੈਨ ਸੰਦੀਪ ਦੇ ਨਾਲ ਭਵਨੀਤ ਕੌਸ਼ਲ ਸਾਈਨਿੰਗ ਆਫ, ਕੀਪ ਵਾਚਿੰਗ ABP ਸਾਂਝਾ।